ਏਕ ਓੰਕਾਰ ਸਤਿਗੁਰ तेह प्रसाद सच होए। वाहिगुरु जी की फतेह है। बेगन बिनासन सोए। सतनाम श्री वाहिगुरु साहिब जी। श्री राग महला तीजा। अपना भौ तिन पायोन जिन गुर का शब्द विचार। सतसंगति सदा मिल रहे सच्चे के गुण सार। दुबदा मैल चुकाईन हर राख्या उर तार। सच्ची बाणी सच मन सच्चे नाल प्यार। मन मेरे हौ मैं मैल भर नाल। हर निर्मल सदा सोहन शब्द सवारन हार रहाओ। हर निर्मल सदा सोहन शब्द सवारन हार। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनों, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਲੜੀਵਾਰ ਸ਼ਬਦ ਦਾ ਪਾਠ ਸਰਵਣ ਕੀਤਾ। ਇਹ ਪਵਿੱਤਰ ਬਾਣੀ ਜੋ ਤੀਸਰੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਇਸ ਬਾਣੀ ਰਾਹੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਰਵਣ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। गुरु का बख्शिया फतेह का नारा करो बुलंद गज के आखो जी वाहिगुरु जी का खालसा वाहिगुरु जी की फतेह। सतनाम श्री वाहिगुरु साहिब जी। श्री राग महला तीजा। अपना भौ तिन पायोन जिन गुर का शब्द विचार। सतसंगति सदा मिल रहे सच्चे के गुण सार। दुबदा मैल चुकाईन हर राख्या उर तार। सच्ची बाणी सच मन सच्चे नाल प्यार। मन मेरे हौ मैं मैल भर नाल। हर निर्मल सदा सोहन शब्द सवारन हार रहाओ। धन धन साहिब श्री गुरु अमरदास महाराज जी ने राग श्री राग विच ये शब्द उचारण किए जो श्री गुरु ग्रंथ साहिब महाराज जी के अंग 35 उपर सुभाएमान हैं। पातशाह जी बख्शिश करते हैं कि जिन्हां ते अकाल पुरख वाहिगुरू की कृपा हुई, जिन्हां नूं गुरु के शब्द की विचार बख्शिश की, उन्हां दा संकल्प कदे भी माड़ा नहीं हुंदा। वो कदे भी मंदा नहीं सोचते। परमेश्वर उन्हां दे अंदर अपना भाव पैदा कर दिंदा है
ਤੇ हर ਥਾਂ ਤੇ ਉਹ परिपूर्ण परमेश्वर परमात्मा ਨੂੰ ਜਾਣਨਾ ਕਰਦੇ ਹਨ, ਦੇਖਣਾ ਕਰਦੇ ਹਨ, ਹਾਜ਼ਰ ਨਾਜ਼ਰ ਸਮਝਦੇ ਹਨ। ਆਪਣਾ ਭਾਉ ਤਿਨ ਪਾਇਨ, ਉਹਨਾਂ ਦੇ ਅੰਦਰ ਆਪਣਾ ਡਰ ਪਾ ਦਿੱਤਾ ਹੈ। ਜਿਨ ਗੁਰ ਕਾ ਸ਼ਬਦ ਵਿਚਾਰ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦੀ ਵਿਚਾਰ ਆ ਗਈ, ਜੋ ਗੁਰੂ ਦੀ ਵਿਚਾਰ ਨਾਲ ਜੁੜ ਗਏ, ਉਹਨਾਂ ਦੇ ਅੰਦਰ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਵਿਚਾਰ ਪੈਦਾ ਹੋ ਗਈ ਤੇ ਗੁਰੂ ਦੇ ਡਰ ਵਿੱਚੋਂ ਵਿਚਰਦੇ ਹਨ। ਸਤ ਸੰਗਤੀ ਸਦਾ ਮਿਲ ਰਹੇ, ਸਤ ਸੰਗਤ ਨਾਲ ਜੁੜਦੇ ਹਨ, ਸੰਗਤ ਨਾਲ ਮਿਲੇ ਰਹਿੰਦੇ ਹਨ, ਭਾਵ ਸੰਗਤ ਕਰਦੇ ਹਨ, ਸੱਚ ਨਾਲ ਜੁੜਦੇ ਹਨ, ਸੱਚੇ ਕੇ ਗੁਣਸਾਰ ਅਤੇ ਪਰਮੇਸ਼ਰ ਦੇ ਗੁਣਾਂ ਦਾ ਤੱਤ ਕੱਢਦੇ ਹਨ, ਨਿਚੋੜ ਕੱਢਦੇ ਹਨ, ਪਰਮੇਸ਼ਰ ਦੀ ਬਾਣੀ ਦੀ ਵਿਚਾਰ ਕਰਦੇ ਹਨ। ਉਸ ਵਿਚਾਰ ਮੁਤਾਬਕ ਜਿੱਥੇ ਹੋਰਨਾਂ ਨੂੰ ਦੱਸਦੇ ਹਨ, ਉੱਥੇ ਖੁਦ ਵੀ ਉਸ ਵਿਚਾਰ ਮੁਤਾਬਕ ਚੱਲਣਾ ਕਰਦੇ ਹਨ। ਔਰ ਉਹਨਾਂ ਦੀ ਅਗਲੀ ਗੱਲ ਹੈ ਕਿ ਭਟਕਣਾ ਖਤਮ ਹੋ ਜਾਂਦੀ ਹੈ। ਦੁਬਦਾ ਮੈਲ ਚੁਕਾਈਨ, ਹਰ ਰਾਖਿਆ ਔਰ ਧਾਰ, ਉਹਨਾਂ ਦੇ ਹਿਰਦੇ ਵਿੱਚ ਹਰੀ ਦਾ ਵਾਸਾ ਹੋ ਜਾਂਦਾ ਹੈ ਤੇ ਫਿਰ ਉਹ ਥਾਂ ਥਾਂ ਤੇ ਭਟਕਣਾ ਵੀ ਬੰਦ ਕਰ ਦਿੰਦੇ ਆ। ਉਹ ਥਾਂ ਥਾਂ ਤੇ ਨਹੀਂ ਭਟਕਦੇ, ਥਾਂ ਥਾਂ ਤੇ ਨਹੀਂ ਜਾਂਦੇ, ਇੱਕ ਪਰਮੇਸ਼ਰ ਨਾਲ ਜੁੜਦੇ ਹਨ। ਦੁਬਦਾ, ਥਾਂ ਥਾਂ ਤੇ ਭਟਕਣਾ, ਦੁਬਿਧਾ, ਉੱਥੇ ਜਾਈਏ ਕਿ ਉੱਥੇ ਜਾਈਏ। ਗੁਰਮੁਖ ਜਿਹੜੇ ਹਨ, ਜਿਨ੍ਹਾਂ ਅੰਦਰ ਗੁਰੂ ਦਾ ਡਰ ਪੈਦਾ ਹੋ ਗਿਆ, ਗੁਰੂ ਦੇ ਸ਼ਬਦ ਦੀ ਸਮਝ ਆ ਗਈ, ਉਹ ਫਿਰ ਦਰ ਦਾ ਜਾਣਾ ਬੰਦ ਕਰਕੇ ਕੇਵਲ ਇੱਕ ਨਾਲ ਜੁੜਦੇ ਹਨ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਮੁਤਾਬਕ। ਦੁਬਦਾ ਮੈਲ ਚੁਕਾਈਨ, ਹਰ ਰਾਖਿਆ ਔਰ ਧਾਰ, ਉਹਨਾਂ ਦੇ ਅੰਦਰ ਹਰੀ ਦਾ ਵਾਸਾ ਹੋ ਜਾਂਦਾ ਹੈ। ਸੱਚੀ ਬਾਣੀ, ਸੱਚ ਮਨ, ਸੱਚੇ ਨਾਲ ਪਿਆਰ, ਉਸ ਪਰਿਪੂਰਨ ਪਰਮਾਤਮਾ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਤੇ ਬਾਣੀ ਮੁਤਾਬਕ ਚੱਲ ਕੇ ਆਪਣੇ ਮਨ ਨੂੰ ਵੀ ਸੱਚਾ ਕਰਦੇ ਹਨ। ਔਰ ਸੱਚ ਦੇ ਨਾਲ ਪਿਆਰ ਪਾਉਂਦੇ ਹਨ। ਤਾਂ ਤੇ ਮੇਰੇ ਮਨਾ ਤੂੰ ਵੀ ਇੱਦਾਂ ਕਰ, ਮਨ ਮੇਰੇ ਹਉਮੈ ਮੈਲ ਭਰ ਨਾਲ, ਮੇਰੇ ਮਨਾ ਤੂੰ ਵੀ ਹਉਮੈ ਹੰਕਾਰ ਦੀਆਂ ਮੈਲਾਂ ਨੂੰ ਲਾਹ ਕੇ ਹਰੀ ਦੇ ਨਾਮ ਨੂੰ ਜਪਣਾ ਕਰ। ਜੋ ਅਨੇਕਾਂ ਤਰ੍ਹਾਂ ਦੇ ਕਰਮਕਾਂਡ, ਭਰਮ ਭੁਲੇਖੇ ਦੁਨੀਆ ਵਿੱਚ ਪਏ ਹੋਏ ਸਨ, ਉਹ ਗੁਰੂਆਂ ਨੇ 10 ਜਾਮਿਆਂ ਵਿੱਚ ਵਰਤ ਕੇ ਦੂਰ ਕੀਤੇ। ਜਿਸ ਤਰ੍ਹਾਂ ਅੱਜ ਕੱਲ੍ਹ ਸਰਾਧ ਚੱਲ ਰਹੇ ਆ, ਪਰ ਬਾਣੀ ਜਿਹੜੀ ਹੈ ਸਾਨੂੰ ਇਹਨਾਂ ਚੀਜ਼ਾਂ ਤੋਂ ਵਰਜਦੀ ਹੈ। ਅਸਲ ਦੇ ਵਿੱਚ ਉਸ ਮੌਕੇ ਦੇ ਮੁਖੀ, ਧਰਮ ਦੇ ਮੁਖੀ ਬ੍ਰਾਹਮਣ ਦੇ ਵੱਲੋਂ ਇਹ ਤਰ੍ਹਾਂ ਤਰ੍ਹਾਂ ਦੇ ਭਰਮ ਪਾ ਕੇ ਦੁਨੀਆ ਨੂੰ ਦੁਬਿਧਾ ਵਿੱਚ ਪਾਇਆ ਗਿਆ। ਔਰ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ, ਭਗਤਾਂ ਨੇ ਗੁਰਬਾਣੀ ਰਾਹੀਂ ਇਹਨਾਂ ਚੀਜ਼ਾਂ ਨੂੰ ਕੱਟਣਾ ਕੀਤਾ। ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਹੀ। ਦੁਬਿਧਾ ਵਿੱਚ ਪੈ ਕੇ ਮੜੀਆਂ ਮਸਾਣੀਆਂ ਨੂੰ ਪੂਜਣ ਦੀ ਲੋੜ ਨਹੀਂ। ਸਿੱਖਾ ਤੇਰੇ ਵਾਸਤੇ ਹੁਕਮ ਹੈ, ਖਾਸ ਕਰਕੇ ਤਾਂ ਗੁਰੂ ਸਾਹਿਬ ਦਾ ਹੁਕਮ ਉਹਦੇ ਵਾਸਤੇ ਹੈ ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ। ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਉਹਨਾਂ ਵਾਸਤੇ ਨਹੀਂ। ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਮਝਦਾ ਉਹਨਾਂ ਵਾਸਤੇ ਹੁਕਮ ਹੈ
वैसे गुरबाणी सारिਆਂ वास्ते है, जे कोई मन्ने तो। भगत कबीर साहब जी का बचन है, जीवत पितर न मानै को मूए सराध कराही। ਜਦੋਂ ਸਾਡੇ ਬਜ਼ੁਰਗ ਜਿਉਂਦੇ ਹੁੰਦੇ ਆ ਉਦੋਂ ਅਸੀਂ ਉਹਨਾਂ ਦੀ ਸੇਵਾ ਸੰਭਾਲ ਨਹੀਂ ਕਰਦੇ, ਉਹਨਾਂ ਦੀ ਗੱਲ ਨਹੀਂ ਮੰਨਦੇ, ਅਤੇ ਮਰਨ ਤੋਂ ਬਾਅਦ ਫਿਰ ਸੰਸਾਰ ਜਿਹੜਾ ਹੈ ਉਹਨਾਂ ਬ੍ਰਾਹਮਣਾਂ ਦੇ ਪਾਏ ਕਰਮ ਕਾਂਡਾਂ ਨੂੰ ਭੁਗਤਾਉਂਦਾ ਹੈ। ਸ਼ਰਾਧ ਨਰਾਤੇ ਆਦਿ ਇਹਨਾਂ ਨੂੰ ਮਨਾਉਂਦਾ ਹੈ ਸੁੱਖਾਂ ਦੇ ਵਾਸਤੇ, ਵੀ ਮੈਨੂੰ ਸੁੱਖ ਮਿਲੇ। ਅਸਲ ਦੇ ਵਿੱਚ ਸੁੱਖ ਹੈ ਗਿਆਨ ਵਿੱਚ। ਜੇ ਗਿਆਨ ਨੂੰ ਗ੍ਰਹਿਣ ਨਾ ਕੀਤਾ ਤਾਂ ਫਿਰ ਸੁੱਖ ਨਹੀਂ ਮਿਲਣਾ। ਤਾਂ ਮਨੁੱਖ ਜਿਹੜਾ ਸੋਚਦਾ ਹੈ ਕਿ ਮੈਂ ਆਹ ਕਰਮ ਕਰਾਂ ਜਿਹੜੇ ਮੈਨੂੰ ਬ੍ਰਾਹਮਣਾਂ ਨੇ ਦੱਸੇ ਹੈ, ਸ਼ਰਾਧ ਆਦਿ ਕਰਨੇ, ਮਰੇ ਹੋਏ ਬਜ਼ੁਰਗਾਂ ਨੂੰ ਕਹਿੰਦੇ ਪ੍ਰਸ਼ਾਦਾ ਪਹੁੰਚਦਾ। ਕਬੀਰ ਸਾਹਿਬ ਜੀ ਕਹਿੰਦੇ ਇਹ ਤਾਂ ਨਹੀਂ ਹੋ ਸਕਦਾ। ਜੀਵਤ ਪਿੱਤਰ ਨ ਮਾਨੈ ਕਉ ਮੂਏ ਸਰਾਧ ਕਰਾਹੀ, ਪਿੱਤਰ ਵੀ ਬਪਰੇ ਕਉ ਕਿਉ ਪਾਵੈ ਕਊਆ ਕੂਕਰ ਖਾਹੀ। ਇਹ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ ਗੁਰੂ ਪਿਆਰਿਓ। ਗੁਰਮਤਿ ਦੀ ਰੋਸ਼ਨੀ ਵਿੱਚ ਸਾਨੂੰ ਚੱਲਣਾ ਚਾਹੀਦਾ। ਗੁਰੂ ਕਿਰਪਾ ਕਰਨ। ਜਿਨ੍ਹਾਂ ਦੇ ਅੰਦਰ ਗੁਰੂ ਦਾ ਡਰ ਪੈਦਾ ਹੋ ਗਿਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ, ਉਹ ਕੇਵਲ ਇੱਕ ਅਕਾਲ ਨੂੰ ਪੂਜਦੇ ਹਨ। ਆਪਣਾ ਭਉ ਤਿਨ ਪਾਇਓਨ ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ। ਉਹ ਸਤਸੰਗ ਨਾਲ ਜੁੜੇ ਰਹਿੰਦੇ ਆ, ਹਰੀ ਦੇ ਗੁਣਾਂ ਨੂੰ ਗਾਉਂਦੇ ਆ। ਸਾਇੰਟੀਫਿਕ ਢੰਗ ਨਾਲ ਗੁਰਮਤਿ ਦੀ ਰੋਸ਼ਨੀ ਵਿੱਚ ਜੀਵਨ ਜਿਉਂਦੇ ਆ। ਕੋਈ ਸਮਾਂ ਸੀਗਾ ਭਾਰਤ ਵਰਸ਼ ਦੇ ਭੋਲੇ ਭਾਲੇ ਲੋਕ ਜਿਨ੍ਹਾਂ ਨੂੰ ਅਸੀਂ ਆਦੀਵਾਸੀ ਕਹਿੰਦੇ ਸੀ, ਭਾਵ ਜੋ ਇੱਥੋਂ ਦੇ ਮੂਲ ਨਿਵਾਸੀ ਸਨ, ਉਹਨਾਂ ਨੂੰ ਅਨੇਕਾਂ ਚੱਕਰਾਂ ਵਿੱਚ ਪਾਉਂਦੇ ਹੋਏ ਆਰੀਅਨ ਲੋਕਾਂ ਨੇ ਇੱਥੇ ਆ ਕੇ ਆਪਣੇ ਆਪ ਨੂੰ ਬ੍ਰਾਹਮਣ ਦੱਸਿਆ। ਇੱਥੋਂ ਦੇ ਵਾਸੀਆਂ ਨੂੰ ਸ਼ੂਦਰ ਕਿਹਾ ਅਤੇ ਅਨੇਕਾਂ ਤਰ੍ਹਾਂ ਦੇ ਕਰਮਕਾਂਡ ਬਣਾ ਕੇ ਆਪਣਾ ਰੋਟੀ ਪਾਣੀ ਚਲਾਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਚੱਲ ਵੀ ਗਈ। ਅਤੇ ਅਸੀਂ ਜਿਹੜਾ ਗੁਰੂ ਪਿਆਰਿਓ ਇਹਨਾਂ ਚੀਜ਼ਾਂ ਨੂੰ ਨਾ ਸਮਝਦੇ ਹੋਏ ਆਪਣੇ ਆਪ ਨੂੰ ਲਟਾਉਣ ਲੱਗੇ। ਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਡਰ ਪੈਦਾ ਹੋ ਜਾਂਦਾ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ। ਉਹ ਕੇਵਲ ਅਤੇ ਕੇਵਲ ਗੁਰਮਤਿ ਅਨੁਸਾਰ ਚੱਲ ਕੇ ਆਪਣਾ ਭਉ ਤਿਨ ਪਾਇਓਨ ਜਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ। ਉਹ ਕੇਵਲ ਸੰਗਤ ਕਰਦੇ ਆ, ਸੱਚ ਨਾਲ ਜੁੜਦੇ ਆ, ਸੱਚ ਨੂੰ ਗ੍ਰਹਿਣ ਕਰਦੇ ਆ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ। ਇੱਕ ਪੁਰਾਣੀ ਕਹਾਣੀ ਹੈ ਬ੍ਰਾਹਮਣਾਂ ਦੀ। ਕਹਿੰਦੇ ਆ ਸਰਾਧਾਂ ਦਾ ਸਮਾਂ ਆਇਆ ਅਤੇ ਇੱਕ ਬ੍ਰਾਹਮਣ ਕਿਸੇ ਜ਼ਿਮੀਂਦਾਰ ਦੇ ਘਰੇ ਪ੍ਰਸ਼ਾਦਾ ਛਕਣ ਚਲਿਆ ਗਿਆ, ਔਰ ਪ੍ਰਸ਼ਾਦਾ ਛਕਦਿਆਂ ਹੋਇਆਂ ਕਹਿੰਦੇ ਉਸ ਬ੍ਰਾਹਮਣ ਦੀ ਨਿਗਾਹ ਘਰੇ ਵੱਜੀ ਹੋਈ ਘੋੜੀ 'ਤੇ ਪੈ ਗਈ। ਜਿਹੜਾ ਘਰ ਦਾ ਮਾਲਕ ਸੀ, ਘੋੜੀ 'ਤੇ ਚੜ੍ਹਦਾ ਸੀ, ਉਹ ਤਾਂ ਗੁਜ਼ਰ ਗਿਆ, ਸਰਾਧ ਤਾਂ ਉਸੇ ਦੇ ਆ। ਅਤੇ ਘਰੇ ਹੁਣ ਇੱਕ ਮਾਈ ਅਤੇ ਇੱਕ ਉਸ ਦਾ ਬੱਚਾ ਛੋਟਾ ਜਿਹਾ। ਅਤੇ ਜਦੋਂ ਇਹ ਪ੍ਰਸ਼ਾਦਾ ਛਕਣ ਲੱਗਿਆ ਅਤੇ ਇਹਦੀ ਜਿਹੜੀ ਨਿਗਾਹ ਹੈ ਉਹ ਵੱਜੀ ਹੋਈ ਘੋੜੀ 'ਤੇ ਪੈ ਗਈ। ਅਗਿਆਨਤਾ ਵਸ ਉਹ ਮਾਈ ਕਹਿਣ ਲੱਗੀ, ਬਾਬਾ ਜੀ ਕੀ ਹਾਲ ਹੈ ਸਾਡੇ ਘਰ ਵਾਲਿਆਂ ਦਾ? ਉਹ ਪੰਡਤ ਕਹਿਣ ਲੱਗਿਆ, ਬਹੁਤ ਵਧੀਆ ਮਾਤਾ ਜੀ, ਬਹੁਤ ਵਧੀਆ। ਮਿਲੇ ਸੀ ਮੈਨੂੰ, ਰਾਤ ਹੀ ਮਿਲੇ ਸੀ। ਇਹ ਕਹਾਣੀਆਂ ਇਹਨਾਂ ਦੀਆਂ ਆਪਦੀਆਂ ਘੜੀਆਂ ਹੋਈਆਂ। ਅਸੀਂ ਗੁਰਮਤਿ ਤੋਂ ਗਿਆਨ ਲਈਏ ਤਾਂ ਗੁਰੂ ਪਿਆਰਿਓ ਕਹਿੰਦਾ ਰਾਤ ਹੀ ਮਿਲਿਆ ਸੀ ਮੈਨੂੰ। ਅੱਛਾ ਬਾਬਾ ਜੀ ਫਿਰ ਕੀ ਕਹਿੰਦੇ ਸੀ? ਉਹ ਕਹਿੰਦੇ ਸੀ ਬਈ ਇੱਥੇ ਤੁਰਨਾ ਫਿਰਨਾ ਬੜਾ ਔਖਾ ਹੈ, ਪਾਂਡਤ ਜੀ ਜੇ ਘੋੜੀ ਭੇਜ ਦਿਓ। ਅੱਛਾ। ਉਹ ਬੇਬੇ ਕਹਿਣ ਲੱਗੇ ਪਾਂਡਤ ਜੀ ਘੋੜੀ ਵਿਹਲੀ ਖੜੀ ਆ, ਹੁਣ ਕਿਹੜਾ ਕੋਈ ਚੜ੍ਹਦਾ, ਭੇਜ ਦਿਓ। ਉਹ ਕਹਿਣ ਲੱਗਿਆ ਠੀਕ ਆ, ਮੈਂ ਕੱਲ੍ਹ ਨੂੰ ਆਊਂਗਾ, ਤੁਸੀਂ ਮਨਸਾ ਦਿਓ, ਫਿਰ ਆਪਾਂ ਘੋੜੀ ਭੇਜ ਦਿਆਂਗੇ। ਉਹ ਦੂਜੇ ਦਿਨ ਆਇਆ। ਉਸ ਨੇ ਗੁਰੂ ਪਿਆਰਿਓ ਪ੍ਰਸ਼ਾਦਾ ਛਕਿਆ ਸਰਾਧਾਂ ਦਾ,
ਤੇ ਫਿਰ पानी मंगा के चूड़ी च पानी पा के ते सौं पवा ली माई तो बई यह घोड़ी असी अपने घर वाले नूं दित्ती। ते पंडित जिहड़ा वो घोड़ी लै करके चलिया गया घर नूं। हुण घोड़ी गाहां किहड़ी जानी सी गुरु प्यारो, इह किहड़ा कोई इत्थों कनेडा चीज़ भेजनी है। तो घोड़ी पंडित चढ़दा है, नगर च लई फिरदा है, बच्चे दा दिमाग घुम्या भी यार घोड़ी तो पंडित इत्थे लई फिरदा है ते भेजी तो है नहीं। तो जदों साल बाद कहने किते सराधां ते दुबारे आया ना पंडित, वो बच्चे ने पूछा बाबा जी घोड़ी भेजी तो है नहीं। पंडित जिवें करदे हुंदे आ, वो भेजती सी बच्चा आटे दी बना के भेजती सी। तो मुंडा कहन लग्या जी आटे दी भेजनी सी फिर साडी घोड़ी क्यों लग्या। दिमाग घुम्या हुण बच्चे का भी, तो घोड़ी वापस किवें लईए। सराध 15 दिन चलते हैं। उन्होंने 15 दिनों बच्चे ने ब्योंत बनाई। वो दूजे तीजे दिन फिर कहन लग्या, जो पंडित आया कहने पंडित जी रात मेरा बापू मिलिया सीगा। कहने अच्छा बेटा, हाँ की कहना सी। वो कहना सीगा बई इत्थे फीम नहीं मिलती, जे थोड़ी जी फीम भेज दिओ तो सौखा हो जाए। पंडित कहना फिर की है बेटा भेज देंगे आप। कहने लग्या ठीक आ। 4-5 दिनों के विच उसने पाईया पक्की फीम दियाँ कंच की गोली जिड्डियां जिड्डियां गोलियां बना के रख लियां लिया के। जो फिर किते आया श्राद्ध खान, कहना पंडित जी आ फीम भी भेज दो। कहने लियाओ। उन्हें चाक के तोले भर दी गोली उहदी तली ते रखती। औखा जिहा झाकदा है पर खानी पैनी है, उन्हें घोड़ी पहुँचाउणी है। जदों गोली टपा गया एक फीम दी पानी नाल, उन्हें चक के बाटी च एक होर फड़ाती। वो कहते नहीं नहीं इन्नी बहुत है। वो कहती नहीं इन्नी नहीं, ये सारी भेजनी है पाई है पक्की। हुण मौत तो डर गया ब्राह्मण भी, इन्नी तो मेरे ढिड में जाके इकट्ठा कर दो ढिड मेरा। इस करके वो गुस्से च आ गया, कहता ये नहीं जाती। वो कहना जी ये नहीं जाती तो घोड़ी भी नहीं गई, जां तां घोड़ी उत्थे बांधे जां सारी फीम खा। कहो सतनाम सी। हुण मरदा की ना करदा। इस करके सानू गुरमत की रोशनी विच इन्हां चीज़ां नूं त्याग करके गुरमत अनुसार चलण की लोड़ है। पातशाह जी कहने जिन्हां नूं इस गल की समझ आ गई वो ये चीज़ां कदे भी नहीं करते। प्रीतम जी कहते सत संगति सदा मिल रहे, संगत नाल जुड़े रहंदे हन, संगत विच मिले रहंदे हन। सच्चे के गुणसार उन्हां परमेश्वर के गुणां नूं ग्रहण करते हैं। दुविधा मैल चुकाईन अपने दिमाग विचों दुविधा, थां थां ते मत्थे टेकना आदि, ये ब्राह्मणां दे पाए हुए कर्मकांड आदि इन्हां नूं छड्ड करके सच दे नाल जुड़दे आ। जो सच है हर राखिया और धार ते हरि नूं अपने हिरदे विच वसाउणा करदे हन। सच्ची बाणी सच मन सच्चे नाल प्यार, उस मालक दे नालों प्यार पाउंदे है। फिर अपनी जीभां तो भी उस मालक की सिफत करते हैं, सच बोलते है। उन्हां दे मन विच भी सच आ जाता है। उन्हां दे मन बच कर्म आदि तिन्नां थावां ते सच का वरतारा हो जाता है। इस करके सतगुरु पातशाह जी बख्शिश करते हैं, सतसंगति सदा मिल रहे, सच्चे के गुणसार, दुविधा मैल चुकाई अन। इस तरह सच नाल जुड़ के उन्हां दे अंदरों जिहड़ी दुविधा सीगी, थां थां दा भटकना जिहड़ा सी वो खत्म हो गया। हरि दा हिरदे विच वासा हो गया। सच्ची बाणी सच मन, उन्हां दा मन सच्ची बाणी नाल जुड़ जाता है। सच्चे नाल प्यार, परमेश्वर नाल प्यार पै जाता। मन मेरे हौ मैं मैल भर नाल, तांतियो मेरे मना ਜਿਹੜੀ तू हंकार दी मैल चक्की फिरदा है इनू ला लै। महाराज किवें लथेगी, सवाल पैदा होया ते जवाब मिलिया
हर निर्मल सदा सोहना। उस पवित्र हरि नूं जो सब तो सोहना है, निर्मल है, सच सवारनहार, ਉਹਦੇ ਨਾਲ ਜੁੜਨਾ ਕਰ, ਉਹ ਹੀ ਤੇਰੀ ਜ਼ਿੰਦਗੀ ਨੂੰ ਸਵਾਰ ਸਕਦਾ। ਸਾਡੀ ਜ਼ਿੰਦਗੀ ਹਮੇਸ਼ਾ ਸੱਚ ਨਾਲ ਜੁੜ ਕੇ ਹੀ ਸਵਾਰੀ ਜਾ ਸਕਦੀ ਆ। ਸੱਚ ਸਵਾਰਨਹਾਰ ਰਹਾਓ, ਸੱਚੇ ਸ਼ਬਦ ਮਨ ਮੋਹਿਆ, ਪ੍ਰਭ ਆਪੇ ਲੈ ਮਿਲਾਏ। ਜਿਨ੍ਹਾਂ ਦਾ ਮਨ ਸੱਚੇ ਸ਼ਬਦ ਨਾਲ ਜੁੜ ਗਿਆ, ਪਰਮੇਸ਼ਰ ਨਾਲ ਜੁੜ ਗਿਆ, ਪਰਮੇਸ਼ਰ ਉਹਨਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਆਂਡਨ ਨਾਮੇ ਰਤਿਆ ਜੋਤੀ ਜੋਤ ਸਮਾਏ। ਇਸ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ, ਜਿਵੇਂ ਜਿਵੇਂ ਇਹ ਜੀਵ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰਦਾ ਹੈ, ਆਪਣੇ ਮਨ ਨੂੰ ਨਾਮ ਦੇ ਰੰਗ ਵਿੱਚ ਰੰਗਣਾ ਕਰਦਾ ਹੈ, ਉਸ ਜੋਤੀ ਸਰੂਪ ਪਰਮੇਸ਼ਰ ਦੇ ਨਾਲ ਆਪਣੀ ਜੋਤ ਨੂੰ ਮਿਲਾਉਂਦਾ ਹੈ। ਭਾਵ ਸੁਰਤ ਨੂੰ ਸ਼ਬਦ ਨਾਲ ਜਦੋਂ ਜੋੜਦਾ ਹੈ, ਜੋਤੀ ਜੋਤ ਸਮਾਏ, ਤੇ ਇੱਕ ਦਿਨ ਜਪਦਾ ਜਪਦਾ ਉਹਦੇ ਵਿੱਚ ਮਿਲ ਜਾਂਦਾ ਹੈ। ਜਿਸ ਤਰ੍ਹਾਂ ਭਗਤ ਜੀ ਦਾ ਬਚਨ ਹੈ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਿੰਨਾ ਚਿਰ ਮੇਰੇ ਵਿੱਚ ਮੈਂ ਸੀ, ਓਨਾ ਚਿਰ ਤੂੰ ਨਹੀਂ ਸੀ, ਤੇ ਜਦੋਂ ਹੁਣ ਤੇਰਾ ਵਾਸਾ ਹੋ ਗਿਆ, ਹੁਣ ਮੈਂ ਨਹੀਂ ਰਹਿ ਗਿਆ। ਭਾਵ ਹੰਕਾਰ ਖਤਮ ਹੋ ਗਿਆ ਜੀਵ ਦੇ ਅੰਦਰੋਂ। ਪ੍ਰੀਤਮ ਜੀ ਕਹਿੰਦੇ, ਆਂਦੇ ਨਾਮੇ ਰਤਿਆ ਜੋਤੀ ਜੋਤ ਸਮਾਏ। ਜੋਤੀ ਹੋਂ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਇੱਥੇ ਜੋਤੀ ਤੋਂ ਭਾਵ ਹੈ ਤੇਰਾ ਆਪਣਾ ਸਰੂਪ, ਜੋਤੀ ਸਰੂਪ ਜਿਹਨੂੰ ਆਪਾਂ ਕਹਿੰਦੇ ਆ। ਪਾਤਸ਼ਾਹ ਕਹਿੰਦੇ ਇਹਦੇ ਵਿੱਚੋਂ ਹੀ ਪਰਮੇਸ਼ਰ ਦਾ ਲੱਭਣਾ ਹੋਣਾ ਹੈ, ਇਹਦੇ ਵਿੱਚ ਹੀ ਪਰਮੇਸ਼ਰ ਸਮਾਇਆ ਹੋਇਆ। ਜੋਤੀ ਹੂੰ ਪ੍ਰਭ ਜਾਪਦਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ। ਦੁਨੀਆ ਸਿਰਫ ਇੱਕ ਮੇਲਾ ਹੈ, ਕਿਸੇ ਦੇ ਹੱਥ 'ਚ ਫੜਿਆ ਹੋਇਆ ਨਹੀਂ। ਤੂੰ ਆਪਣੇ ਆਪੇ ਦੀ ਖੋਜ ਕਰ, ਦਸਤਗੀਰੀ ਨਾਹੇ, ਇਹ ਤੇਰੇ ਹੱਥ 'ਚ ਫੜਿਆ ਨਹੀਂ। ਜੋਤੀ ਹੂੰ ਪ੍ਰਭ ਜਾਪਦਾ, ਆਪਣੇ ਅੰਦਰ ਜਾਣਾ ਕਰ, ਆਪਣੇ ਅੰਦਰੋਂ ਖੋਜ ਕਰ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ, ਉਹ ਤੇਰੇ ਅੰਦਰ ਹੀ ਸਮਾਇਆ ਹੋਇਆ। ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਹੈ, ਨਵੋ ਸੂਰ ਸੂਰਜੇ, ਨਵੋ ਚੰਦਰ ਚੰਦਰੇ। ਸੂਰਜਾਂ ਨੂੰ ਪ੍ਰਕਾਸ਼ ਦੇਣ ਵਾਲਾ, ਚੰਦਰਮਾ ਨੂੰ ਪ੍ਰਕਾਸ਼ ਦੇਣ ਵਾਲਾ, ਅਨੇਕਾਂ ਤਰ੍ਹਾਂ ਦੇ ਪ੍ਰਕਾਸ਼ ਉਸੇ ਜੋਤ ਤੋਂ ਪ੍ਰਗਟ ਹੋਏ ਹਨ। ਇਸ ਕਰਕੇ ਜਿਨ੍ਹਾਂ ਨੇ ਇਹਨਾਂ ਸਾਰਿਆਂ ਦੇ ਵਿੱਚੋਂ ਉਹਨੂੰ ਵੇਖਣਾ ਕੀਤਾ, ਕਿਹਨਾਂ ਨੇ ਵੇਖਿਆ? ਬਿਨ ਸਤਿਗੁਰ ਬੂਝ ਨਾ ਪਾਏ। ਜਿਨ੍ਹਾਂ ਨੇ ਗੁਰੂ ਨੂੰ ਪੁੱਛਣਾ ਕੀਤਾ, ਗੁਰੂ ਨੇ ਕਿਰਪਾ ਕਰਕੇ ਸਾਰਿਆਂ ਦੇ ਅੰਦਰ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾ ਵਾਸਾ ਦਿਖਾਉਣਾ ਕੀਤਾ। ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ, ਨਿਸ਼ਚੇ ਪੈ ਗਈ, ਗਿਆਤ ਹੋ ਗਈ, ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਆਪਣੇ ਅੰਦਰੋਂ ਹੀ ਮਿਲ ਗਿਆ। ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਪਰ ਜਿਨ ਪਾਇਆ, ਉਹਨੇ ਗੁਰੂ ਦੇ ਰਾਹੀਂ ਪਾਇਆ। ਪੁੱਛੋ ਬ੍ਰਹਮੈ ਨਾਰਦੈ, ਗੁਰ ਬਿਨ ਤਰਿਆ ਨਾ ਕੋਏ। ਜਿਹਨੂੰ ਵੀ ਅੱਜ ਤੱਕ ਉਹ ਪਰਮੇਸ਼ਰ ਦੀ ਪ੍ਰਾਪਤੀ ਹੋਈ, ਗੁਰੂ ਦੇ ਰਾਹੀਂ ਹੋਈ, ਗੁਰੂ ਵਾਲੇ ਬਣ ਕੇ ਹੋਈ, ਤਾਂ ਤੇ ਗੁਰੂ ਗੁਰੂ ਗੁਰ ਕਰਮਨ ਮੋਰ। ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮੇਟੈ ਦਾਤ। ਤਾਂ ਤੇ ਸਾਨੂੰ ਗੁਰੂ ਵਾਲੇ ਬਣਨਾ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਗੁਰੂ ਤੋਂ ਬਗੈਰ ਗੱਲ ਸਮਝ ਨਹੀਂ ਆਉਂਦੀ। ਜਿਨ ਕੋ ਪੂਰਬ ਲਿਖਿਆ, ਸਤਿਗੁਰ ਭੇਟਿਆ ਤਿਨ ਆਏ। ਔਰ ਜਿਨ੍ਹਾਂ ਦੇ ਵੱਡੇ ਭਾਗ ਹਨ, ਪੂਰਬਲੇ ਚੰਗੇ ਭਾਗ ਹਨ, ਉਹਨਾਂ ਨੂੰ ਗੁਰੂ ਮਿਲਿਆ, ਤੇ ਗੁਰੂ ਨੇ ਗਿਆਨ ਦੇ ਕੇ ਪਰਮੇਸ਼ਰ ਨਾਲ ਮਿਲਾਉਣਾ ਕੀਤਾ। ਸਤਿਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਬਿਨ ਨਾਵੈ ਸਭ ਡੋਮਣੀ। ਨਹੀਂ ਤਾਂ
नाम तो बगैर सारी दुनिया ही दुखी है, भटकदी फिरदी है, गुरु तो बगैर सोझी नहीं है। गंगा गए गंगा राम, जमुना गए जमुना दास बन जाते हैं। संसार जिहड़ा है इस तरह भटकना विच है, असलीयत दी समझ नहीं आउंदी, गुरु मुताबक चलदे नहीं। इस करके पातशाह जी कहते जिन्हां जिन्हां ने उस परिपूर्ण परमेश्वर परमात्मा नूं पाया, गुरु की किरपा नाल पाया, बिन नावै सब डोमणी दूजै भाए खुआए। ते जेड़े गुरु नूं छड्ड के थां थां भटकदे है, होर कर्म कांडां विच फसे होए न। जिवें एक महापुरुष ने कोशिश की बई क्यों ना ਇਹ शिकारी तोतिਆਂ ਨੂੰ ਫੜ ਕੇ ਲੈ ਜਾਂਦਾ ਤੇ ਮੈਂ ਇਹਨਾਂ ਤੋਤਿਆਂ ਨੂੰ ਦੱਸ ਦੇਵਾਂ, ਇਹਨਾਂ ਨੂੰ ਗਿਆਨ ਹੋ ਜਾਵੇ, ਇਹ शिकारी ਕੋਲੇ ਫਸਣੋਂ ਹਟ ਜਾਣ। ਸਾਡਾ ਉਹੀ ਹਾਲ ਹੈ ਤੋਤਿਆਂ ਵਾਲਾ। ਗੁਰਮਤਿ ਦੇ ਵਿੱਚ ਆਉਂਦੇ ਹੋਏ ਵੀ ਗੁਰਮਤਿ ਨੂੰ ਸਮਝਦਾ ਨਹੀਂ ਅਸੀਂ। ਪ੍ਰੀਤਮ ਜੀ ਬਖਸ਼ਿਸ਼ ਕਰਦੇ ਆ, ਕਹਿੰਦੇ ਉਸ ਮਹਾਂਪੁਰਸ਼ ਨੇ ਤੋਤਾ ਫੜਿਆ ਇੱਕ ਪਹਾੜੀ ਤੇ ਉਸ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਉਹਨੂੰ ਪੜ੍ਹਾ ਦਿੱਤਾ, शिकारी आएगा जाल फैलाएगा, दाना डालेगा फस मत जाना रे। महीना 2 महीने उस तोते नूं चंगी तरह पढ़ाया। जदों उसने तोते नूं ऐ वधिया रिपीट करन ला दिता, बार बार तोता रिपीट करदा है, शिकारी आएगा जाल फैलाएगा दाना डालेगा फस मत जाना रे। तो गुरु प्यारिओ वेख्या भी तोता हुण पूरा बोलन लग पिया ते तोता उन्हें छड़ दिता। फिर वो तोता दूजे तोतियां च गया। दूजे तोते उस तोते की बोली नूं छेती समझते है। हुण सारे तोते ही गाउण लगे, शिकारी आएगा जाल फैलाएगा दाना डालेगा फस मत जाना रे। जो सारे तोते इदां बोलन लगे, एक दिन शिकारी फिर तोते फड़न आया, कहंदे वो की सुनता कि सारे तोते बोली जाते हैं भी आप फसना नहीं। हुण शिकारी आएगा जाल फैलाएगा दाना डालेगा फस मत जाना रे। शिकारी उदास होकर मुड़ चलिया, बई यार हुण तां इन्हां नूं लगदा ज्ञान हो गया, हुण नहीं फसदे अपने जाल च। ये थोड़ी दूर जाके दिमाग च फुरना आया भी जाल ला के देखी तो सही। शिकारी ने जाल लाया, दाने सिੱਟਦੇ ते जेड़े तोते दरखत ते बैठे गाई जाते सीगे वो सारे छाला मार के जाल च आके बह गए और गाउण लगे ते नाले दाने चुकन लगे। शिकारी आएगा दाना डालेगा जाल फैलाएगा फस मत जाना रे। शिकारी हैरान है भी इन्ना सोहना बोली जाते हैं पर फिर भी फसी जाते हैं। वही हाल संसार की जनता दा। जिन्हां चीज़ां चों गुरुआं ने सानू कढ़ण की कोशिश की, असी उही काम करके दोबारा फिर उसे ही कर्म कांडां विच फसी जा रहे हैं। एक पासे असी शब्द पढ़ते हैं बाणी का, जीवत पितर ना मानै को मूए श्राद्ध कराही, ते इहदा मतलब कबीर साहब रोकते हैं। गुरु साहब इन्हां कर्म कांडां चों कढ़ना चाहुंदे है, सच नाल जोड़ना चाहुंदे है, दिमाग नूं वरतण की कोशिश कराउंदे है साडे कोलों। पर साडा वो तोतिया वाला ही हाल है। तो सारे तोते जाल विच बैठ गए, दाना चुगते रहे, जाल खिंचिया तो सारे फस गए। घरे जाके भी करते होणगे, शिकारी आएगा जाल फैलाएगा दाना डालेगा फस मत जाना रे। पर जिंदगी विच नहीं आया। चलो वो तो पंछी सी, पर असी तो मनुख हाँ। गुरु पातशाह जी कहते बिन नावै सब डोमणी, जिन्ना चिर तू गुरु की गल नूं समझदा नहीं उन्ना चिर तू दुखी होवेगा। को सतनाम श्री। जिन्ना चिर तू गुरु की गल नूं समझदा नहीं, नाम तो बगैर सच तो बगैर, उन्ना चिर तू दुखी होएगा। जिस सुख को असी प्राप्त करना चाहुंदे हां, सो सुख साधु संग मीत। जिस सुख को लोड़ है, नीत जिहड़े सुख नूं रोज़ भालदा है वो सत्संग करके प्राप्त हो सकता है। पर असी तो सत्संग दे विच भी कुसंगत वाड़ दित्ती आ। को सतनाम सी। गुरु कृपा करन सानू अकल आवे। बिन नावै सब डोमणी दूजै भाए खुआए।
सच नाल जुड़े तो बगैर ही बंदा दुखी है। ना सुख विच गृहस्थ दे, ना सुख छड्ड गया। गृहस्थी गृहस्थ धारण करके दुखी हो गया, ते जिन्हां दी नहीं शादी हुई उन्हां नूं वेख के दुखी हुंदा भी वो सौखे है, ते वो गृहस्थियां नूं वेख के दुखी आ भी आपां भी शादी करा लेंदे, आपां भी पक्कियां खांदे, दोने दुखी आ। तो किसी महापुरुष ने सियाणे ने दसिया भी सुखी कौन है? ना सुख विच गृहस्थ दे, ना सुख छड्ड गया। सुख है विच विचार दे, सतगुर शरण पिया, ज्ञान दे विच ही सुख है। ते ज्ञान असी ग्रहण करना नहीं चाहुंदे, गल्लां ज्ञान दियां करदे आ पर ज्ञान ते चलण नूं तैयार नहीं। प्रीतम जी कहंदे बिन नावै सब डोमणी, दूजै भाए खुआए, तिस बिन घड़ी ना जीवंदी, दुखी रहन बिहाए। उस मालक दे नाल जुड़दा नहीं जीव, सारी जिंदगी दुखां विच बतीत कर लैंदा। भरम भुलाणा अंधला, इस करके मनुख दुखी है कि महापुरुषां दी गुरुआं दी गल नूं समझण दी बजाए ये अपनी मनमत छड्डदा नहीं, ताइयों दुखी आ। भरम भुलाणा अंधला, फिर आवे जाए। भरम भुलेखिਆਂ विच फसिया होया, अज्ञानता विच फसिया होया, भटकना विच पिया रहिंदा है। नदर करे प्रभ अपनी, आपे ले छड़ाए। जे ये गुरु की गल सुने, जे गुरु की गल सुने तो सतगुरु पातशाह जी बख्शिश करते हैं। जिस तरह अज मस्सिया का दिहाड़ा है, असी हर महीने मस्सिया मनाउंदे हां। मस्सिया ते असी तिथां वारां ते गुरु घर आउंदे आ, पर कदे ये भी सोचा कि गुरु इन्हां तिथां वारां बारे कहंदा की है? ये तो सुनिया ही नहीं कदे। सतगुर पातशाह कहंदे सतगुर की प्रतीत न आईया, शब्द न लागो भाओ, उसनों सुख न उपजै, 100 गेड़ा आओ जाओ। जे गुरु के शब्दां दे ज्ञान नूं ग्रहण करिए, गुरबाणी कहंदी की है, गुरु साहिबां ने सानू की करन लई कहा, की छड्डण लई कहा है। 10वें पातशाह कहंदे जेड़ा मेरी गल मनूगा वही मेरा सिख, रह नहीं रहे सोई सिख मेरा, सो साहिब मैं तिसका चेहरा। रहत बिना ना सिख कहावे, रहत बिना दर चोटा खावे, पर रहत रखण नूं तैयार ही नहीं आपां। क्योंकि जो पुराने समियां विच ब्राह्मणां ने साडे दिमाग 'च कुट कुट के भरिया होया है, वो कढना बड़ा औखा है। प्रीतम जी कहंदे गुरु किरपा जदों करदा मनुख दे उत्ते, नदर करे प्रभ अपनी, आपे ले मिलाए। जदों गुरु किरपा दृष्टि करदा है फिर मनुख नूं ज्ञान हुंदा है। ते दूसरा अर्थ ये भी है, जदों बंदा आप दे अंदर आप झाती मारे कि की मैं सही चल रहा जां नहीं, तां फिर इस नूं सोझी आउंदी है, फिर मालके नूं अपने नाल मिला लैंदा है। सब कुछ सुनदा वेखदा, क्यों मुकर पाया जाए। सामने सब कुछ दिखाई दे रहा है। पातशाह जी कहते हाथ दीप कुएं परै, काहे की कुसलात। जे किसी के हथ विच दीवा होवे, बैटरी होवे, लाइट होवे, फिर भी खूह विच डिगदा होवे, तो फिर उन्होंने कौन बचा सकता? भाव कोई नहीं बचा सकता। ये सब कुछ जानदा होया, सुनदा होया, वेखदा होया भी भटकना विच पिया होया है मनुख। गुरु किरपा करन सानू साडे गुरुआं दीयां भगतां दीयां गल्लां दी समझ आ जावे ते असी इन्हां कर्मकांडां चों निकल के सच नाल जुड़ जाइए। पातशाह जी कहंदे परमेश्वर सब कुछ वेख रिहा सानू, असी की करदे आ, की वेखदे आ, की सोचदे आ, ये सब कुछ हो रहा है। सब कुछ सुनदा वेखदा, क्यों मुकर पाया जाए। उहदे सामने जाके कोई भी मुकर नहीं सकता कि मैं ये काम नहीं किया। ऐसी वो फिल्म बना लैंदा CCTV कैमरिਆਂ ਵਿੱਚ। ਅਸੀਂ सोचते हैं शायद सानू कोई वेखदा नहीं, पर सतगुरु पातशाह कहते मनुख नूं परमेश्वर आप देखदा। जिन उपाई रंग रवाई, बैठा वेखै वख अकेला। एक साध दे 2 चेले सन, कहते उन्हां चेलियां चों दोवां चों एक नूं गद्दी देनी सी, ते गुरु प्यारिओ फिर एक नूं खोज करनी सी किहड़ा सही है। वो साध ने दोनों की परीक्षा लई ते दोनों नूं 2 पंछी फड़ा दिते जिउंदे होए।
ਕਹਿੰਦੇ ਇਹਨਾਂ ਪੰਛੀਆਂ ਨੂੰ ਲੈ ਜਾਓ ਤੇ ਕਿਤੇ ਉੱਥੇ ਜਾ ਕੇ ਮਾਰ ਕੇ ਲਿਆਓ ਜਿੱਥੇ ਕੋਈ ਵੇਖਦਾ ਨਾ ਹੋਵੇ। ਤੇ ਗੁਰੂ ਪਿਆਰਿਓ ਉਹ ਦੋਨੇ ਜਣੇ ਇੱਕ ਸੱਜੇ ਟੱਪ ਗਏ, ਖੱਬੇ ਟੱਪ ਗਿਆ, ਦੂਰ ਚਲੇ ਗਏ ਜਿੱਥੇ ਕੋਈ ਵੇਖਦਾ ਨਾ ਹੋਵੇ, ਉੱਥੇ ਜਾ ਕੇ ਮਾਰਨੇ ਆ। ਤੇ ਇੱਕ ਥੋੜੀ ਦੂਰ ਗਿਆ, ਕਿਸੇ ਚੀਜ਼ ਦਾ ਉਹਲਾ ਹੋਇਆ ਤੇ ਪੰਛੀ ਦੀ ਧੌਣ ਮਰੋੜ ਕੇ ਮਾਰ ਲਿਆਂਦਾ ਤੇ ਲਿਆ ਕੇ ਕਹਿੰਦਾ ਚੱਕ ਬਾਬਾ, ਮਾਰ ਲਿਆਂਦਾ। ਕਹਿੰਦਾ ਠੀਕ ਆ। ਦੂਜੇ ਨੂੰ ਵੀ ਆ ਜਾਣ ਦੇ। ਦੂਜਾ ਸ਼ਾਮਾਂ ਤੱਕ ਮੁੜਿਆ ਹੀ ਨਾ। ਜਦੋਂ ਸ਼ਾਮਾਂ ਨੂੰ ਆਇਆ ਕਹਿੰਦੇ ਵੀ ਤੂੰ ਜਿਉਂਦਾ ਲਈ ਆਉਣਾ, ਮਾਰ ਕੇ ਨਹੀਂ ਲਿਆਂਦਾ। ਉਹ ਕਹਿਣ ਲੱਗਿਆ ਬਾਬਾ ਇਹੋ ਜਿਹਾ ਕੋਈ ਥਾਂ ਨਹੀਂ ਜਿੱਥੇ ਕੋਈ ਵੇਖਦਾ ਨਾ ਹੋਵੇ। ਬਹੁਤ ਕੋਸ਼ਿਸ਼ ਕੀਤੀ ਪਰ ਮੈਨੂੰ ਕੋਈ ਇਹੋ ਜਿਹਾ ਥਾਂ ਨਹੀਂ ਲੱਭਿਆ ਜਿੱਥੇ ਕੋਈ ਵੀ ਨਹੀਂ ਸੀ ਵੇਖਦਾ। ਉੱਥੇ ਮੈਂ ਇਹਨੂੰ ਵੇਖਦਾ ਸੀ, ਇਹ ਮੈਨੂੰ ਵੇਖਦਾ ਸੀ। ਇਸ ਕਰਕੇ ਪਰਮੇਸ਼ਰ ਜਿਹੜਾ ਸਾਰਿਆਂ ਦੇ ਵਿੱਚ ਹੀ ਬੈਠਾ ਸਾਰਿਆਂ ਨੂੰ ਵੇਖ ਰਿਹਾ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ। ਉਹ ਪਰਮੇਸ਼ਰ ਸਭ ਨੂੰ ਦੇਖਦਾ ਹੈ। ਫਿਰ ਅਸੀਂ ਉਸ ਤੋਂ ਮੁੱਕਰ ਕਿਵੇਂ ਸਕਦੇ ਹਾਂ? ਸਭ ਕੇ ਸੁਣਦਾ ਵੇਖਦਾ ਕਿ ਉਹ ਮੁੱਕਰ ਪਾਇਆ ਜਾਏ। ਪਾਪੋ ਪਾਪ ਕਮਾਉਂਦੇ, ਪਾਪੈ ਪਚੇ ਪਚਾਏ। ਇਸੇ ਚੀਜ਼ ਦਾ ਗਿਆਨ ਦੇਣ ਵਾਸਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ ਨਿਕਥਾਂ ਯਾਤਰਾ ਤੇ। ਇੱਕ ਸੇਠ ਹੈ ਦੁਨੀ ਚੰਦ, ਔਰ ਸੇਠ ਦੁਨੀ ਚੰਦ ਜਿਹੜਾ ਹੈ ਉਸ ਦੇ ਕੋਠੇ ਦੇ ਉੱਤੇ 7 ਝੰਡੇ ਲੱਗੇ ਹੋਏ ਆ। ਲੋਕ ਆਪਣੀ ਮਾਇਆ ਦਾ ਵਿਖਾਵਾ ਪਹਿਲਾਂ ਤੋਂ ਕਰਦੇ ਆ। ਅੱਜ ਕੱਲ੍ਹ ਅਗਲਾ ਗੱਡੀ ਲੈ ਲੈਂਦਾ, ਮਹਿੰਗੀ ਕਾਰ ਲੈ ਲੈਂਦਾ, ਜਿੰਨੇ ਪੈਸੇ ਹੁੰਦੇ ਆ ਵਿਖਾਵਾ ਕਰਦਾ। ਉਦੋਂ ਵਿਖਾਵਾ ਕਰਦੇ ਲੋਕ ਕੋਠੇ 'ਤੇ ਝੰਡਾ ਲਾਉਂਦੇ ਸੀ ਕਿ ਮੇਰੇ ਕੋਲ 7 ਲੱਖ ਰੁਪਈਆ। ਦੁਨੀ ਚੰਦ ਦੇ ਕੋਠੇ 'ਤੇ 7 ਝੰਡੇ ਲੱਗੇ ਹੋਏ। ਤੇ ਗੁਰੂ ਪਿਆਰਿਓ ਦੁਨੀ ਚੰਦ ਨੇ ਅੱਜ ਬਹੁਤ ਵੱਡਾ ਜਗ ਕੀਤਾ। ਜਿੰਨੇ ਰਿਸ਼ੀ ਮੁਨੀ ਸਾਧੂ ਟੱਕਰੇ ਸਾਰਿਆਂ ਨੂੰ ਸੱਦ ਕੇ ਪ੍ਰਸ਼ਾਦਾ ਛਕਾਇਆ। ਕੁਦਰਤੀ ਬਾਬਾ ਨਾਨਕ ਵੀ ਟੱਕਰ ਗਿਆ। ਬਾਬੇ ਨਾਨਕ ਨੇ ਕਹਿੰਦਾ ਮਹਾਂਪੁਰਸ਼ਾ ਘਰੇ ਚੱਲੋ ਔਰ ਮਹਾਂਪੁਰਸ਼ੋ ਪ੍ਰਸ਼ਾਦਾ ਪਾਣੀ ਛਕੋ। ਪਾਤਸ਼ਾਹ ਚਲੇ ਗਏ, ਲਿਆ ਕੇ ਪ੍ਰਸ਼ਾਦਾ ਥਾਲ ਵਿੱਚ ਮੂਹਰੇ ਪਾ ਕੇ ਰੱਖ ਦਿੱਤਾ। ਕਹਿੰਦੇ ਲਓ ਮਹਾਰਾਜ ਛਕੋ। ਬਾਬਾ ਕਹਿੰਦੇ ਛਕਾਉਂਦਾ ਕਾਹਦੇ ਵਾਸਤੇ ਆਏ ਤਾਂ ਦੱਸ ਦੇ। ਕਹਿੰਦਾ ਜੀ ਮੇਰੇ ਬਾਪੂ ਦਾ ਸਰਾਧ ਆ, ਅੱਜ ਕੋ ਸਤਨਾਮ। ਅੱਛਾ ਫਿਰ ਇਹਦਾ ਕੀ ਫਾਇਦਾ ਹੋਊਗਾ? ਇਹ ਛਕਾਉਣ ਦਾ ਇਹ ਫਾਇਦਾ ਮਹਾਰਾਜ ਕਹਿੰਦੇ ਵੀ ਸਾਡੇ ਬੁੜਿਆਂ ਕੋਲੇ ਰੋਟੀ ਪਹੁੰਚ ਜੂਗੀ। ਬਾਬਾ ਜੀ ਕਹਿੰਦੇ ਉਹ ਤਾਂ ਨਹੀਂ ਪਹੁੰਚਦੀ ਹਜੇ ਤੱਕ, ਉਹ ਸਤਨਾਮ ਸੀ। ਕਹਿੰਦੇ ਜੀ ਉਹ ਕਿਉਂ ਨਹੀਂ ਪਹੁੰਚਦੀ? ਕਹਿੰਦੇ ਕਿੰਨੇ ਕੁ ਲੋਕਾਂ ਨੂੰ ਛਕਾਦਾ? ਕਹਿੰਦੇ ਜੀ ਕਿੰਨੇ ਬ੍ਰਾਹਮਣ ਖਾ ਖਾ ਕੇ ਚਲੇ ਗਏ, ਕਿੰਨੇ ਸਾਧੂ ਖਾ ਕੇ ਚਲੇ ਗਏ। ਬਾਬਾ ਜੀ ਕਹਿੰਦੇ ਮੈਂ ਦੱਸਾਂ ਤੇਰਾ ਬਾਪੂ ਹੈ ਕਿੱਥੇ? ਉਹ ਹਜੇ ਵੀ ਭੁੱਖਾ ਬੈਠਾ। ਤੂੰ ਕਈ ਸਰਾਧ ਕਰਤੇ ਹੋਣੇ ਆ। ਕਹਿੰਦਾ ਜੀ ਅੱਛਾ ਇਹ ਗੱਲ ਹੋ ਸਕਦੀ ਆ? ਕਹਿੰਦੇ ਹਾਂ। ਇਸ ਪਾਸੇ ਜਾ, ਆ ਲੈ ਜਾ ਥਾਲ ਚੱਕ ਕੇ ਰੋਟੀ ਵਾਲਾ। ਉੱਥੇ ਇੱਕ ਤੈਨੂੰ ਖੇਤਾਂ ਵਿੱਚ ਬਘਿਆੜ ਮਿਲੂਗਾ ਔਰ ਬੁੱਢਾ ਹੋਇਆ ਵਾ, ਭੁੱਖਾ ਹੈ, ਤੈਨੂੰ ਕੁਛ ਨਹੀਂ ਕਹਿੰਦਾ। ਉਹ ਤੋਂ ਹੁਣ ਸ਼ਿਕਾਰ ਨਹੀਂ ਖੇਡਿਆ ਜਾਂਦਾ। ਉਹਦੇ ਮੂਹਰੇ ਥਾਲੀ ਰੱਖ ਕੇ ਕਹੀ ਬਾਪੂ ਰੋਟੀ ਖਾ ਲਾ, ਫਿਰ ਦੇਖ ਕੀ ਬਣਦਾ। ਕਹਿੰਦੇ ਉਹ ਥਾਲ ਉਸ ਤਰ੍ਹਾਂ ਲੱਗਿਆ ਲਗਾਇਆ, ਖੇਤਾਂ ਵੱਲ ਗਿਆ। ਉਹਨੂੰ ਕਹਿੰਦੇ ਇੱਕ ਬਘਿਆੜ ਮਿਲਿਆ, ਘੋਰਨੇ 'ਚ ਬੈਠਾ ਹੈ, ਕਮਜ਼ੋਰ, ਸ਼ਿਕਾਰ ਹੁੰਦਾ ਨਹੀਂ। ਮੂਹਰੇ ਥਾਲੀ ਰੱਖਤੀ ਲਿਜਾ ਕੇ, ਜਿਵੇਂ ਪੰਡਤਾਂ ਨੂੰ ਕਹਿੰਦੇ ਉਵੇਂ ਕਹਿੰਦੇ ਬਾਪੂ ਰੋਟੀ ਖਾ ਲਾ। ਉਹ ਭੁੱਖ ਲੱਗੀ ਸੀ, ਉਹ ਜੋ ਮਿਲਿਆ ਥਾਲ 'ਚੋਂ ਉਹਨੇ ਖਾ ਲਿਆ। ਪਾਤਸ਼ਾਹ ਬਾਬੇ ਨਾਨਕ ਦੀ ਕਿਰਪਾ ਦ੍ਰਿਸ਼ਟੀ ਪਈ ਸੀ, ਖਾਂਦਿਆਂ ਹੀ ਉਸ ਦੀ ਦੇਹ ਛੁੱਟ ਗਈ। ਗੁਰੂ ਪਿਆਰੋ ਉਹਦੀ ਮੁਕਤੀ ਹੋ ਗਈ, ਸਰੀਰ ਛੱਡ ਗਿਆ। ਪਰ ਸਾਖਿਅਤ ਖੜਾ ਹੋ ਗਿਆ। ਦੁਨੀ ਚੰਦ ਕਹਿੰਦਾ ਬਾਪੂ ਇਹ ਤੂੰ ਬਘਿਆੜ ਦੀ ਜੂਨੀ 'ਚ ਕਿਵੇਂ ਪੈ ਗਿਆ? ਤੂੰ ਤਾਂ ਐਡਾ ਵੱਡਾ ਭਗਤ ਸੀਗਾ। ਕਹਿੰਦਾ ਭਗਤ ਤਾਂ ਮੈਂ ਸੀਗਾ, ਤੇ ਨਾਲ ਜਿਹੜੀ ਮਾਸ ਮਿੱਟੀ ਖਾਣ ਦੀ ਆਦਤ ਸੀ ਨਾ ਉਹ ਨਹੀਂ ਗਈ ਮੇਰੀ। ਕਹੋ ਸਤਨਾਮ ਸ੍ਰੀ। ਜਿਸ ਦਿਨ ਮੇਰੀ ਮੌਤ ਹੋਈ ਸੀ ਆਪਣੇ ਗੁਆਂਢੀਆਂ ਦੇ ਘਰੇ ਵਧੀਆ ਮਾਸ ਬਣੀ ਜਾਂਦਾ ਸੀਗਾ ਤੇ ਮੈਨੂੰ ਆ ਗਈ ਉਹਦੀ ਬੂ, ਮੈਨੂੰ ਉਹਦੀ ਗੰਧ ਆਈ ਤੇ ਉਧਰੋਂ ਮੇਰੀ ਮੌਤ ਹੋ ਗਈ। ਉਧਰੋਂ ਫੁਰਨਾ ਬਣਿਆ, ਜੇ ਕਿਤੇ ਆ ਮਿਲ ਜਾਂਦਾ ਖਾਣ ਨੂੰ ਬੜਾ ਸਵਾਦ ਸੀ। ਇਹ ਫੁਰਨਾ ਲੈ ਕੇ ਜਦ ਮੈਂ ਪਰਮੇਸ਼ਰ ਦੇ ਕੋਲ ਗਿਆ, ਪਰਮੇਸ਼ਰ ਕਹਿੰਦਾ ਤੇਰਾ ਮਾਸ ਖਾਣ ਨੂੰ ਜੀ ਕਰਦਾ, ਜਾਂ ਤੈਨੂੰ ਬਘਿਆੜ ਸ਼ੇਰ ਬਣਾ ਦਿੰਦੇ ਆ, ਖਾਂਦਾ ਫੇਰੀ। ਕਹੋ ਸਤਨਾਮ। ਕਿਉਂਕਿ ਅੰਤ ਵੇਲੇ ਦਾ ਫੁਰਨਾ ਜਿਹੜਾ, ਇਹ ਫੁਰਨਾ ਸਾਡਾ ਪਰਮੇਸ਼ਰ ਦਾ ਨਾਮ ਜਪੇ ਬਗੈਰ ਨਹੀਂ ਕੱਟਿਆ ਜਾਂਦਾ। ਪੂਤਾ ਮਾਤਾ ਕੀ ਅਸੀਸ
निमख न बिसरो तुमको हर हर सदा भजो जगदीश। पुत्रा तैनू मैं असीस देना हरि दा नाम जपिया कर। पितरी होए उधारो, जे तू अपने मरे हुए बजुर्गों का भी उधार करना चाहना तो भजन करिया कर। जे सिमरत सब किल विख नासै पितरी होए उधारो, तेरे 21 कुलों का आधार हो सकता। नाम तू भी जपिया कर ते अपने बजुर्गों की सेवा भी करिया कर। जिउंदियां की सेवा कर लिया कर, मरण तो बाद कोई फायदा नहीं होना। को सतनाम जीवत पितर न मानै को मुए श्राद्ध कराही। दुनी चंद वापस आ गया, बाबा जी दे पैरी पै गया। कहना महाराज वो तो वाकया ही, वो जो रूह बोली तो कहना इस करके जदों मैं आखिरी फुरना लैके गया मास खाण का, तो मैनू परमेश्वर ने बघियाड़ बनाता। अज तेरे घरे कोई महापुरुष आए न, तो उन्हां दी किरपा नाल अज मेरी मुक्ति हुई है, उधार होया। महाराज कोई सेवा दसो। तो बाबा जी ने अपने कोलों एक सूई कढ़ी, तो सूई कढ़ के कहन लगे दुनी चंद आ सूई है ना जिहड़ी, इनू संभाल के रखी, ये तैथों दरगाह च लवांगे। बड़ा बागो बाग खुश होया कि महापुरुषों ने सेवा लाई है। तो गुरु प्यारिओ सूई लिजा के घर वाली नूं कहंदा भागवान ने आ सूई सांभ के रख लै। वो कहती क्यों? वो महापुरुष जिहड़े नवे आए आ, जिन्हों ने अपने बापू की मुक्ति की, उन्होंने फड़ाई आ, वो कहते दरगाह विच तैथों लवांगे। कहन लगी अच्छा। कहनी भलिया मानसा दिमाग नाल सोच, दरगाह विच सूई किवें लै जांगे आपां? तू जाके हुणे मोड़ के आ उन्होंने भी बाबा जी ये सेवा तो नहीं हुंदी साथों। गुर पीरा की चाकरी महा करड़ी सुख सार। गुरु पीरां की सेवा करनी किते सौखी जी गल आ। कहना जी ये सेवा तो नहीं होनी, सूई किवें जाऊ दरगाह विच? ते बाबा जी कहेंगे 7 लाख रुपया घरे इकट्ठा करके रखे है, जिहड़े बैंक बैलेंस बना बना के रखे न, ये कित्थे जाणगे फिर? कल नूं जे तेरी मौत हो जावे, ये तेरा 7 लाख रुपया इत्थे ही रह जू। किसी लोड़वंद की मदद करनी चंगी गल है, किसी भुखे नूं प्रशादा छकाउणा चंगी गल है, नंगे नूं कपड़ा देना चंगी गल है, किसी नंगे नूं जोड़े पवा देने चंगी गल है, माड़ी नहीं है। पर यह सोच के बई ये साडे बुढ़िया कोले जाऊगा, ये सच नहीं है। कहो सतनाम श्री। इस करके चंगी गल है, लोड़वंदां दी मदद करनी चाहिए है। तो दुनी चंद कहना महाराज फिर मैं की करा? मैं तो 7 लाख जोड़ के रखिया होया घर विच, इहदा की बनूगा? कहन लगे इस दे नाल तू लोड़वंदां दी मदद कर, भुखे नंगे नूं जिहड़ा है प्रशादा छका दे, कपड़ा दे दे। यह कीता होया दान पुण्य, ये लोड़वंदां दी कीती हुई मदद कन्वर्ट होके तेरा उधार कर सकती है। वरना ये जिहड़ी सोच है वो दुनी चंद दा प्यो भी जिहड़ा है भुखा मर गया और अखीर बघियाड़ दी जून विच पै गया। जे बाबा नानक ना पहुँचदा तो उसका की हाल हुंदा। ते दुनी चंद तो सूई फड़ लई पातशाह ने और दुनी चंद नूं कहंदे ये जिहड़े तू बैलेंस इकट्ठे करके रखे ना, ये लोड़वंदां च वंड दे, ये उस परमेश्वर के नाम ते लोड़वंदां नूं छका दे, यही तेरा वास्ते चंगा कारज है। तो अज संसार दे विच गुरु प्यारिओ कुछ दिन 11 मास पास कह रखा, एके माहे निधाना। 11 महीने तो असी खूब लोटां लुटीए ते 1 महीना असी दान पुण्य करिए, फिर किवें उत्थे प्रवान होवेगा? गुरु पातशाह जी कहंदे भलिया उस परिपूर्ण परमेश्वर परमात्मा नूं हमेशा याद रखो, इन्हां सराधां नूं छड्ड के हमेशा ही लोड़वंदां दी सेवा करिया करो, तुहाडा भला होवेगा। तो मेरे प्रीतम जी कहंदे परमेश्वर सब के सुनदा वेखदा क्यों मुकर पाया जाए? परमेश्वर सानू वेख रहा है, सानू सुन भी रहा है, असी मुकर नहीं सकते। पापो पाप कमावदे पापै पचे पचाए। जिहड़ां दी सारी जिंदगी पापां विच लंघ जांदी आ, उन्हां दे 15 दिन श्राद्ध की करनगे? कहो सतनाम श्री। गुरु पातशाह कहंदे जीवन बदलो, विचार बदलो, सोच बदलो। पापो पाप कमावदे पापै पचे पचाए, सो प्रभ नदर न आवी मन मुख बूझ न पाए।
उदों परमेश्वर दिसदा नहीं। जिस तरह गुरु प्यारो पातशाह जी कहते माघ मजन संग साधुआं धूड़ी कर इशनान। माघ महीने ते 12 माह की रचना की पातशाह जी ने। हुण पातशाह कहते हैं साधुआं की संगत कर, सबना नो कर दान, दान पुण्य कर। ते बंदे ने दान पुण्य वाला पासा तो फड़ लिया, पर सत्संग करने वाला पल्ला फड़िया ही नहीं गा। कोई सत्संग करता ही नहीं गा, सच नाल जुड़ता ही नहीं गा। ये सोचता शायद मैं बहुत ज़्यादा दान पुण्य करके उतार जावांगा। ठीक है, माड़ी गल नहीं है, पर जे सच नाल नहीं जुड़ते, नाम नहीं जपते, फिर आत्मा का उधार किवें हो सकता। पापो पाप कमामदे पापै पचै पचाए, सो प्रभ नज़र न आवी मनमुख बूझ न पाए। परमेश्वर इस नूं दिसदा नहीं, जिहड़ा कि इहदे नाल ही फिरदा है, इहनूं देखदा है, सुणदा है, बुझदा है। जिस विखाले सोई वेखै, ये तो जी ते गुरु कृपा करे समझा देवे, उन्हां नूं समझ आउंदी आ। नानक गुरमुख पाए, उन्हां नूं गुरु मिलदा है ते गुरु समझा के परमेश्वर दे नाल मिलाप करा दिंदा है। जिवें धन गुरु नानक देव महाराज जी ने जगह जगह ते जाके लोकां नूं अपने कर्म बदलने वास्ते कहा, ना कि कर्म कांडां विच पाया, ना भरम भुलेखियां विच पाया, बल्कि सतगुरां ने कर्म कांड छड्ड के सच ते चलण दा होका दिता। जगह जगह ते जाके सच बोलना, ईमानदारी वरतनी, अपने परिवार दे नाल ईमानदारी वरतनी, हर थां ते सच ते पहरा देना, तां साडा जीवन सफल हो सकदा है। इसी अज दे पवित्र शब्द दे विचार। अगला शब्द जिहड़ा है ਇਹਦੇ ਵਿਚਾਰ ਆਪਾਂ ਫਿਰ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।